Morning students, welcome back to my YouTube channel. I am Surendra Kumar. Today we are discussing about to the handcraft and industry class 8th social studies topic. In this chapter I am explain the full chapter as well as the important question answers given in the end of the video. You must be watch this video till end, and I will also be explain the translation of the question answers which has been given in the end of this video. Before starting my session, I will told you my all viewers, subscribe my channel, just wait for a bright future and press bell icon for latest updation regarding my new videos. Now we are start from this chapter name is handicraft and industry. handcraft मतलब भी ਜਿਹੜੇ ਹੱਥਾਂ ਨਾਲ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਤੇ ਉਹਦੇ ਉਦਯੋਗ ਬਾਰੇ ਗੱਲ ਕਰਾਂਗੇ। ਕਹਿੰਦੇ ਡਿਕਲਾਈਨ ਆਫ ਟੂ ਦੀ ਸਮॉल ਸਕੇਲ ਇੰਡਸਟਰੀ। ਜਿਹੜੀ ਸਮॉल ਸਕੇਲ ਇੰਡਸਟਰੀ ਸੀਗੀ ਉਹਦੀ ਡਿਕਲਾਈਨ ਕਦੋਂ ਤੇ ਕਿਵੇਂ ਕਰ ਗਈ ਇਹ ਦੇਖਣੀ ਆ। ਕਹਿੰਦੇ ਜਦੋਂ ਬ੍ਰਿਟਿਸ਼ ਰੂਲ ਸਟੈਬਲਿਸ਼ ਹੋਇਆ, ਦੀ ਬ੍ਰਿਟਿਸ਼ ਰੂਲ ਜਦੋਂ ਇੰਡੀਆ ਦੇ ਵਿੱਚ ਆਇਆ ਤਾਂ ਇਹਦੇ ਨਾਲ ਜਿਹੜੇ ਇੰਡੀਆ ਦੇ ਵਿਲੇਜਰ ਸੀਗੇ, ਜਿਵੇਂ ਬਲੈਕ ਸਮਿਥ ਹੋ ਗਏ, ਵੀਫਰਸ ਹੋ ਗਏ, ਫਾਰਮਰਸ ਹੋ ਗਏ ਤੇ ਆਇਰਨ ਸਮਿਥ ਹੋ ਗਏ, ਕੌਬਲਰਸ ਹੋ ਗਏ, ਇਹ ਸਾਰਿਆਂ ਜਣਿਆਂ ਦੇ ਜਿਹੜਾ ਇਹਨਾਂ ਦਾ ਜਿਹੜੀਆਂ ਚੀਜ਼ਾਂ ਦਾ ਯੂਜ਼ ਸੀਗਾ ਉਹ ਫੁੱਲਫਿਲ ਨੀਡਸ ਕਰਨ ਦੇ ਲਈ ਸਿਰਫ ਵਿਲੇਜ ਦੇ ਵਿੱਚ ਹੀ ਉਹ ਫੁੱਲਫਿਲ ਕਰਦੇ ਹੁੰਦੇ ਸੀਗੇ। ਠੀਕ ਹੈ ਜੀ, ਜਿਵੇਂ ਕੱਪੜਾ ਬੁਣਨ ਵਾਲੇ, ਠੀਕ ਹੈ ਜੀ, ਅਤੇ ਲੋਹਾਰ ਕੋਲੇ ਦੇ ਖਾਨਾਂ ਵਿੱਚ ਕੰਮ ਕਰਨ ਵਾਲੇ ਫਾਰਮਰਸ, ਇਹਨਾਂ ਦਾ ਕੰਮ ਜਿਹੜਾ ਸੀ ਸਿਰਫ ਵਿਲੇਜ ਦੇ ਵਿੱਚ ਰਹਿ ਗਿਆ ਸੀ। ਅਤੇ ਹੈਂਡਕ੍ਰਾਫਟ ਅਤੇ ਸਮॉल ਸਕੇਲ ਇੰਡਸਟਰੀ ਜਿਹੜੀ ਸੀਗੀ ਉਹਦਾ ਮੀਨ ਸੀਗਾ ਲਿਵਿੰਗਹੁੱਡ। ਲਿਵਿੰਗਹੁੱਡ ਦਾ ਮਤਲਬ ਵੀ ਉਹ ਸਿਰਫ ਜਿਉਂਦੇ ਰਹਿਣ ਦੇ ਲਈ ਉਹ ਚੀਜ਼ਾਂ ਬਣਾਉਂਦੇ ਸੀ ਅਤੇ ਵੇਚਦੇ ਸੀ ਅਤੇ ਉਹ ਤੋਂ ਜਿੰਨਾ ਪੈਸਾ ਮਿਲਦਾ ਸੀ ਉਹਨੂੰ ਉਹ ਯੂਜ਼ ਕਰਦੇ ਸੀ। ਬਟ ਜਦੋਂ ਵੀ ਇਸਟੈਬਲਿਸ਼ਮੈਂਟ ਹੋ ਗਈ ਬ੍ਰਿਟਿਸ਼ ਇੰਡੀਆ ਦੀ ਤਾਂ ਜਿਹੜੇ ਵਿਲੇਜ ਦੇ ਵਿੱਚ ਸੀਗਾ ਹੁਣ ਜਿਹੜੀਆਂ ਸਟਾਰਟਡ ਹੋ ਗਈਆਂ ਸੀਗੀਆਂ ਹੋਰ ਚੀਜ਼ਾਂ ਬਣਾਉਣੀਆਂ, ਜਿਵੇਂ ਕਿ ਫੈਕਟਰੀਜ਼ ਉੱਥੇ ਬਣਨ ਲੱਗ ਗਈਆਂ, ਫੈਕਟਰੀਆਂ ਦੇ ਵਿੱਚ ਚੀਜ਼ਾਂ ਬਣਨ ਲੱਗ ਗਈਆਂ ਸੀ ਅਤੇ ਉਹਦੀ ਜਿਹੜੀ ਕੁਆਲਿਟੀ ਸੀਗੀ ਉਹ ਜ਼ਿਆਦਾ ਬੈਟਰ ਸੀਗੀ ਅਤੇ ਕਾਫੀ ਜ਼ਿਆਦਾ ਸਸਤੀ ਸੀਗੀ। ਤਾਂ ਕਰਕੇ ਜਿਹੜੀਆਂ ਇੰਡਸਟਰੀਆਂ ਸੀਗੀਆਂ ਵਿਲੇਜ ਦੀਆਂ ਇੰਡਸਟਰੀਆਂ ਸੀਗੀਆਂ ਉਹ ਕੀ ਸੀਗੀਆਂ, ਹੌਲੀ ਹੌਲੀ ਡਿਕਲਾਈਨ ਕਰਨ ਲੱਗ ਗਈਆਂ। ਉਹ ਕੀ ਆ, ਉਹਨਾਂ ਵਿੱਚ ਅਨਇੰਪਲੋਇਮੈਂਟ ਹੋਣ ਲੱਗ ਗਈ, ਲੋਕਾਂ ਨੂੰ ਬੇਰੁਜ਼ਗਾਰ ਹੋਣਾ ਪਿਆ ਤਾਂ ਮੇਨ ਪ੍ਰੋਬਲਮਾਂ ਬਣ ਕੇ ਆਈਆਂ। ਤਾਂ ਕਾਜ਼ ਆਫ ਡਿਕਲਾਈਲੇਸ਼ਨ ਵੀ ਇਹ ਕਿਉਂ ਘਟੀਆਂ, ਉਹਦੇ ਰੀਜ਼ਨ ਕਿਹੜੇ ਸੀ। ਫਸਟ ਸੀਗਾ ਅਬੋਲਿਸ਼ਿੰਗ ਆਫ ਟੂ ਦੀਆਂ ਨੈਰੇਟਿਵ ਪ੍ਰਿੰਸਲੀ ਸਟੇਟਸ। ਵੀ ਜਿਹੜੇ ਬ੍ਰਿਟਿਸ਼ ਇੰਡੀਅਨ ਲੋਕ ਸੀਗੇ ਉਹਨਾਂ ਨੇ ਕੀ ਆ, ਜਿਹੜੇ ਪ੍ਰਿੰਸ ਸਟੇਟ ਸੀਗੇ ਜਾਣੀ ਕਿ ਜਿਹੜੇ ਰਾਜੇ ਮਹਾਰਾਜਿਆਂ ਦੇ ਰਾਜ ਸੀਗੇ ਜਾਂ ਤੁਸੀਂ ਕਹਿ ਦਿਓ ਵੀ ਰਾਜ ਸੀਗੇ, ਉਹ ਸਾਰੇ ਖਤਮ ਕਰ ਦਿੱਤੇ। ਅਤੇ ਉੱਥੇ ਕੀ ਆ, ਜਿਹੜੀਆਂ ਇੰਡਸਟਰੀਆਂ ਸੀਗੀਆਂ ਉਹ ਜਿਹੜੀਆਂ ਸਮॉल ਸਕੇਲ ਇੰਡਸਟਰੀਆਂ ਸੀ ਉਹ ਜ਼ਿਆਦਾ ਸਫਰ ਕਰ ਰਹੀਆਂ ਸੀ, ਬਿਕੋਜ਼ ਵੀ ਜਿਹੜਾ ਕਿੰਗ ਅਤੇ ਉਹਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਉਹੀ ਚੀਜ਼ਾਂ ਯੂਜ਼ ਕਰਦੇ ਸੀਗੇ ਜਿਹੜੇ ਕਿ ਸਮॉल ਸਕੇਲ ਇੰਡਸਟਰੀ ਜਾਂ ਜਿਹੜੇ ਬੰਦੇ ਹੱਥੀਂ ਬਣਾਉਂਦੇ ਸੀਗੇ। ਸੈਕਿੰਡ ਸੀਗਾ ਦੀ ਹਾਈ ਰੇਟ ਆਫ ਟੂ ਦੀ ਸਮॉल ਸਕੇਲ ਕੁਆਂਟਿਟੀ। ਵੀ ਜ਼ਿਆਦਾ ਜਿਹੜੀਆਂ ਇਹ ਚੀਜ਼ਾਂ ਬਣਦੀਆਂ ਸੀ ਸਮॉल ਸਕੇਲ ਇੰਡਸਟਰੀ ਦੇ ਵਿੱਚ ਬਣਦੀਆਂ ਸੀਗੀਆਂ ਜਾਂ ਜਿਹੜੇ ਉਹ ਪਰਸਨ ਹੱਥੀਂ ਬਣਾਉਂਦੇ ਸੀ ਤਾਂ ਉਹਨਾਂ ਦਾ ਪ੍ਰਾਈਸ ਕਾਫੀ ਜ਼ਿਆਦਾ ਸੀਗਾ, ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਲੇਬਰ ਯੂਜ਼ ਹੁੰਦੀ ਸੀ। ਅਤੇ ਜਦੋਂ ਇਹ ਬ੍ਰਿਟਿਸ਼ ਇੰਡੀਅਨ ਲੋਕ ਸਟੈਬਲਿਸ਼ ਹੋਏ ਤਾਂ ਉਹਨਾਂ ਨੇ ਕੀ ਕੀਤਾ, ਇਹ ਫੈਕਟਰੀਆਂ ਖੋਲ੍ਹੀਆਂ ਅਤੇ ਉਹਦੇ ਨਾਲ ਜਿਹੜਾ ਸੀਗਾ ਵੀ ਜਿਹੜੀਆਂ ਉਹ ਚੀਜ਼ਾਂ ਸੀਗੀਆਂ ਉਹਨਾਂ ਦੀ ਜਿਹੜੀ ਕੁਆਂਟਿਟੀ ਸੀਗੀ, ਕਿਉਂਕਿ ਉਹਨਾਂ ਨੇ ਮਸ਼ੀਨਸ ਯੂਜ਼ ਕਰਨ ਲੱਗ ਗਏ ਸੀਗੇ ਤਾਂ ਉਹ ਚੀਪਰ ਪੈਂਦੀ, ਉਹਨਾਂ ਨੂੰ ਜ਼ਿਆਦਾ ਸਸਤੀ ਪੈਂਦੀ ਸੀ। ਤਾਂ ਕਰਕੇ ਜਿਹੜੀਆਂ ਸਮॉल ਸਕੇਲ ਇੰਡਸਟਰੀ ਤੋਂ ਚੀਜ਼ਾਂ ਸੀਗੀਆਂ ਉਹ ਲੋਕਾਂ ਨੇ ਖਰੀਦਣੀਆਂ ਬੰਦ ਕਰ ਦਿੱਤੀਆਂ, ਤਾਂ ਕਰਕੇ ਉਹ ਕੀ ਆ ਘਟਣੀ ਸ਼ੁਰੂ ਹੋ ਗਈ। ਥਰਡ ਪੁਆਇੰਟ ਸੀਗਾ ਦੀ ਬੈਟਰ ਫਿਨਿਸ਼ਿੰਗ ਆਫ ਟੂ ਦੀ ਮਸ਼ੀਨ ਮੇਡ ਗੁੱਡਸ। ਵੀ ਜਿਹੜੀਆਂ ਮਸ਼ੀਨ ਮੇਡ ਗੁੱਡਸ ਸੀਗੀਆਂ ਉਹਨਾਂ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਜ਼ਿਆਦਾ ਬੈਟਰ ਸੀਗੀਆਂ, ਜਿਹੜੀ ਕਿ ਸਮॉल ਸਕੇਲ ਇੰਡਸਟਰੀ ਦੇ ਵਿੱਚ ਬੰਦੇ ਹੱਥੀਂ ਬਣਾਉਂਦੇ ਸੀਗੇ। ਤਾਂ ਕਰਕੇ ਜਿਹੜਾ ਇੰਡੀਅਨ ਪੀਪਲ ਸੀਗੇ ਉਹ ਜ਼ਿਆਦਾਤਰ ਜਿਹੜੀਆਂ ਮਸ਼ੀਨ ਦੁਆਰਾ ਬਣੀਆਂ ਚੀਜ਼ਾਂ ਨੂੰ ਪਸੰਦ ਕਰਨ ਲੱਗ ਗਏ ਅਤੇ ਸਮॉल ਸਕੇਲ ਇੰਡਸਟਰੀ ਕੀ ਸੀਗੀ ਡਿਕਲਾਈਨ ਕਰਨੀ ਫਿਰ ਤੋਂ ਸ਼ੁਰੂ ਹੋ ਗਈ। ਫੋਰਥ ਪੁਆਇੰਟ ਸੀਗਾ ਨਿਊ ਜਨਰੇਸ਼ਨ ਡਜ਼ ਨਾਟ ਟੂ ਬੀ ਲਾਈਕ ਦੀ ਗੁੱਡਸ ਪ੍ਰੋਡਿਊਸ ਬਾਈ ਦੀ ਪ੍ਰਪੇਅਰਡ ਬਾਈ ਦੀ ਸਮॉल ਸਕੇਲ ਇੰਡਸਟਰੀ। ਜਿਹੜੇ ਨਵੇਂ ਜਨਰੇਸ਼ਨ ਦੇ ਬੱਚੇ ਨੇ, ਜਾਣੀ ਕਿ ਜਿਵੇਂ ਨਿਊ ਜਨਰੇਸ਼ਨ ਆਉਂਦੀ ਸੀ ਜਿਵੇਂ ਸਾਡੇ ਟਾਈਮ ਦੇ ਵਿੱਚ ਹੋਣਾ, ਤਾਂ ਜਿਹੜੇ ਸਾਡੇ ਪੇਰੈਂਟਸ ਨੂੰ ਜਿਹੜੀਆਂ ਚੀਜ਼ਾਂ ਪਸੰਦ ਸੀ ਅਸੀਂ ਉਹ ਚੀਜ਼ਾਂ ਪਾਉਂਦੇ ਨਹੀਂ ਹੁੰਦੇ। ਤਾਂ ਇਹਦਾ ਮਤਲਬ ਕੀ ਆ ਵੀ ਜਿਵੇਂ ਨਿਊ ਜਨਰੇਸ਼ਨ ਜਨਰੇਟ ਹੋਈ ਤਾਂ ਉਹਦਾ ਇਫੈਕਟ ਕੀ ਪਿਆ ਵੀ ਜਿਹੜੀਆਂ ਸਮॉल ਸਕੇਲ ਇੰਡਸਟਰੀ ਨੇ ਉਹ ਡਿਕਲਾਈਨ ਹੋਣੀਆਂ ਸ਼ੁਰੂ ਹੋ ਗਈਆਂ। ਕਿਉਂਕਿ ਲੋਕ ਉਹਨਾਂ ਦੇ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰੈਂਸ ਨਹੀਂ ਕਰਦੇ ਸੀ। ਉਹ ਵੈਸਟਰਨ ਕਲਚਰ ਹਾਲੇ ਵੀ ਅਸੀਂ ਵੈਸਟਰਨ ਕਲਚਰ ਤੋਂ ਪ੍ਰਭਾਵਿਤ ਹਾਂ, ਇਨਫੈਕਟਡ ਹਾਂ। ਤਾਂ ਕਰਕੇ ਸਾਡੀਆਂ ਜਿਹੜੀਆਂ ਫੈਕਟਰੀਆਂ ਸੀਗੀਆਂ ਉਹਦੇ ਵਿੱਚ ਜਿਹੜੀਆਂ ਗੁੱਡਸ ਬਣਦੀਆਂ ਸੀ ਉਹਦੀ ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਸੀ ਅਤੇ ਜਿਹੜੇ ਨਿਊ ਜਨਰੇਸ਼ਨ ਬੱਚੇ ਸੀਗੇ ਉਹ ਸਮॉल ਸਕੇਲ ਇੰਡਸਟਰੀ ਦੀਆਂ ਚੀਜ਼ਾਂ ਨਹੀਂ ਪਾਉਂਦੇ ਸੀ ਅਤੇ ਜ਼ਿਆਦਾਤਰ ਫੋਰਨ ਦੀਆਂ ਚੀਜ਼ਾਂ ਪਾਉਂਦੇ ਸੀ। ਫਿਫਥ ਸੀਗਾ ਐਕਸਪੋਰਟ ਆਫ ਦੀ ਰॉ ਮਟੀਰੀਅਲ ਫਰੋਮ ਟੂ ਦੀ ਇੰਡੀਆ ਟੂ ਇੰਗਲੈਂਡ। ਵੀ ਹੁਣ ਜ਼ਿਆਦਾਤਰ ਜਿਹੜਾ ਇੰਡੀਆ ਦਾ ਰॉ ਮਟੀਰੀਅਲ ਸੀਗਾ ਉਹ ਹੁਣ ਈਸਟ ਇੰਡੀਆ ਕੰਪਨੀ ਦੇ ਆਉਣ ਦੇ ਕਰਕੇ ਵੀ ਜਿਹੜਾ 18ਵੀਂ ਸੈਂਚੁਰੀ ਸੀਗੀ ਤਾਂ ਉਹਦੇ ਵਿੱਚ ਜਿਹੜਾ ਜ਼ਿਆਦਾਤਰ ਰॉ ਮਟੀਰੀਅਲ ਇੰਡੀਆ ਦਾ ਸੀਗਾ ਉਹ ਚੀਜ਼ਾਂ ਬਣਾਉਣ ਦਾ ਉਹ ਫੁੱਲਫਿਲ ਨਹੀਂ ਹੋ ਪਾ ਰਿਹਾ ਸੀ। ਕਿਉਂਕਿ ਉਹ ਜਿਹੜਾ ਵੀ ਫੈਕਟਰੀ ਦੇ ਵਿੱਚ ਜਿਹੜਾ ਵੀ ਰॉ ਮਟੀਰੀਅਲ ਜਿਹੜਾ ਬਣਦਾ ਸੀਗਾ ਉਹ ਫੈਕਟਰੀ ਦੀ ਯੂਜ਼ ਦੇ ਲਈ ਜਿਹੜਾ ਸੀਗਾ ਇੰਗਲੈਂਡ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ ਇੰਡੀਆ ਕਰਕੇ। ਤਾਂ ਲੈਕ ਆਫ ਰॉ ਮਟੀਰੀਅਲ ਹੋ ਗਿਆ ਸੀ ਤਾਂ ਵਿਲੇਜ ਜਿਹੜੀ ਇੰਡਸਟਰੀਆਂ ਸੀਗੀਆਂ ਉਹ ਸਾਰੀਆਂ ਰॉ ਮਟੀਰੀਅਲ ਦੇ ਉੱਤੇ ਚੱਲਦੀਆਂ ਸੀ ਤਾਂ ਉਹਦੀ ਸ਼ਾਰਟੇਜ ਹੋ ਗਈ, ਤਾਂ ਕਰਕੇ ਉਹ ਜ਼ਿਆਦਾ ਡਿਵੈਲਪ ਨਹੀਂ ਕਰ ਪਾਈਆਂ। ਨੈਕਸਟ ਆਇਆ
ਮਾਡਰਨ ਇੰਡੀਅਨ ਇੰਡਸਟਰੀ ਵੀ ਜਿਹੜੇ ਮਾਡਰਨ ਇੰਡੀਆ ਦੇ ਵਿੱਚ ਕਿਹੜੀਆਂ ਇੰਡਸਟਰੀ ਸਟੈਬਲਿਸ਼ ਹੋਈਆਂ ਵੀ ਜਦੋਂ ਈਸਟ ਇੰਡੀਆ ਦਾ ਰੂਲ ਸੀਗਾ ਤਾਂ ਉਹਨਾਂ ਨੇ ਕਈ ਤਰ੍ਹਾਂ ਦੀਆਂ ਨਿਊ ਇੰਡਸਟਰੀਆਂ ਸਟੈਬਲਿਸ਼ ਕੀਤੀਆਂ ਨੇ ਇੰਡੀਆ ਦੇ ਵਿੱਚ। ਉਹ ਪਹਿਲਾਂ ਮੈਂਸ਼ਨ ਕੀਤੀ ਆ, ਫਸਟ ਹੈਗੀ ਆ ਕਾਟਨ ਟੈਕਸਟਾਈਲ ਇੰਡਸਟਰੀ। ਇਹ ਫਸਟ ਕਾਟਨ ਟੈਕਸਟਾਈਲ ਇੰਡਸਟਰੀ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਸਟੈਬਲਿਸ਼ ਹੋਈ ਸੀਗੀ ਉਹ ਹੋਈ ਸੀਗੀ 1853। ਇਹ ਯਾਦ ਰੱਖਣਾ ਸੀ ਵੀ ਇਨ ਬੰਬੇ ਦੇ ਵਿੱਚ ਸਭ ਤੋਂ ਪਹਿਲਾਂ ਟੈਕਸਟਾਈਲ ਇੰਡਸਟਰੀ ਬਣੀ ਸੀਗੀ 1853 ਦੇ ਵਿੱਚ ਬਣੀ ਸੀਗੀ ਬੰਬੇ ਦੇ ਵਿੱਚ। ਆਫਟਰ ਜਿਹੜੇ ਮੈਨੀ ਜਿਹੜੀਆਂ ਹੋਰ ਜਿਹੜੀਆਂ ਕਲੋਥਸ ਮਿਲ ਸੀਗੀਆਂ ਉਹ ਵੀ ਸਟੈਬਲਿਸ਼ ਹੋਈਆਂ ਇੰਡੀਆ ਦੇ ਵਿੱਚ, ਅਤੇ ਹੌਲੀ ਹੌਲੀ ਕੀ ਹੋਇਆ ਵਧਣੀਆਂ ਸ਼ੁਰੂ ਹੋਈਆਂ, ਜਿਵੇਂ ਅਹਿਮਦਾਬਾਦ ਦੇ ਵਿੱਚ ਹੋ ਗਈ, ਨਾਗਪੁਰ ਦੇ ਵਿੱਚ ਹੋ ਗਈ। ਇਨ 1877 AD ਦੇ ਵਿੱਚ ਵੀ ਜਿਹੜੀਆਂ 59 ਜਿਹੜੀਆਂ ਕਾਟਨ ਮਿਲ ਸੀਗੀਆਂ ਉਹ ਸਟੈਬਲਿਸ਼ ਹੋ ਚੁੱਕੀਆਂ ਸੀ ਇੰਡੀਆ ਦੇ ਵਿੱਚ। ਅਤੇ ਇਨ 1979 ਦੇ ਵਿੱਚ ਜਿਹੜੀਆਂ ਸੀਗੀਆਂ ਜਿਹੜੇ 43,000 ਜਾਣੀ ਕਿ 43,000 ਜਿਹੜੇ ਪੀਪਲ ਸੀਗੇ ਉੱਥੇ ਐਜ਼ ਏ ਵਰਕਰ ਵਰਕ ਕਰਨ ਲੱਗ ਗਏ ਸੀ। ਇਨ 1905 ਦੇ ਵਿੱਚ 1905 ਦੇ AD ਦੇ ਵਿੱਚ ਕੀ ਹੋਇਆ, ਜਿਹੜੀਆਂ ਕਾਟਨ ਇੰਡਸਟਰੀਆਂ ਸੀਗੀਆਂ ਉਹਦੀ ਜਿਹੜੀਆਂ ਇੰਡਸਟਰੀ ਦੀ ਵੈਲਿਊ ਸੀਗੀਆਂ ਉਹ ਘਟ ਗਈਆਂ ਸੀਗੀਆਂ, ਅਤੇ ਹੁਣ ਕਿੰਨੀਆਂ ਹੋ ਗਈਆਂ ਸੀਗੀਆਂ, ਰਿਡਿਊਸ ਹੋ ਕੇ 206 ਹੋ ਗਈਆਂ ਸੀਗੀਆਂ। ਅਤੇ ਹੁਣ ਜਿਹੜੇ ਉੱਥੇ ਪੀਪਲ ਵਰਕ ਕਰਦੇ ਸੀ ਉਹ 1,96,000 ਹੋ ਗਏ ਸੀਗੇ। ਨੈਕਸਟ ਸੈਕਿੰਡ ਇੰਡਸਟਰੀ ਸੀਗੀ ਜੂਟ ਇੰਡਸਟਰੀ। ਜੂਟ ਇੰਡਸਟਰੀ ਜਿਹੜੀ ਸੀਗੀ ਇਹ ਕੀ ਆ, ਮੀਟ ਅਤੇ ਸੈਕਸ ਜਿਹੜੀਆਂ ਹੁੰਦੀਆਂ ਨੇ ਇਹ ਤੋਂ ਬਣਦੀਆਂ ਨੇ। ਯੂਰਪੀਅਨ ਜਿਹੜੇ ਲੋਕ ਸੀਗੇ ਜਾਣੀ ਕਿ ਯੂਰਪੀਅਨ ਜਿਹੜੀਆਂ ਕੰਟਰੀਆਂ ਸੀਗੀਆਂ ਉਹਨਾਂ ਦੀ ਮੋਨੋਪਲੀ ਸੀ ਇਸ ਇੰਡਸਟਰੀ ਦੇ ਉੱਤੇ, ਜੂਟ ਦੇ ਉੱਤੇ। ਅਤੇ ਫਸਟ ਟਾਈਮ ਜਿਹੜੀ ਇਹ ਫੈਕਟਰੀ ਸੀਗੀ ਇੰਡਸਟਰੀ ਜਿਹੜੀ ਓਪਨ ਕੀਤੀ ਗਈ ਉਹ ਸੀਗੀ ਸ਼ਰਾਮਪੁਰਮ ਦੇ ਵਿੱਚ, ਬੰਗਾਲ ਦੇ ਵਿੱਚ, ਮੇਬੀ ਸ਼ਾਇਦ ਹਾਂਜੀ ਬੰਗਾਲ ਦੇ ਵਿੱਚ ਹੋਈ ਸੀ 1854 ਦੇ AD ਦੇ ਵਿੱਚ। ਅਤੇ ਇਹਦੇ ਵਿੱਚ ਮੈਕਸੀਮਮ ਜਿਹੜੀਆਂ ਫੈਕਟਰੀਆਂ ਸੀਗੀਆਂ ਜੂਟ ਦੀਆਂ ਓਪਨ ਹੋਈਆਂ ਬੰਗਾਲ ਦੇ ਵਿੱਚ ਹੀ, ਅਤੇ 20ਵੀਂ ਸਦੀ ਦੇ ਵਿੱਚ ਜਿਹੜੀਆਂ ਸਾਡੀਆਂ ਇਹ ਇੰਡਸਟਰੀਆਂ ਸੀਗੀਆਂ ਉਹ ਇਨਕਰੀਜ਼ ਹੋ ਕੇ 36 ਹੋ ਗਈਆਂ ਸੀ। ਨੈਕਸਟ ਹੈ ਸਾਡੇ ਕੋਲ ਕੋਲ ਮਾਈਨਿੰਗ ਇੰਡਸਟਰੀ। ਜਿਹੜੀ ਕੋਲ ਮਾਈਨਿੰਗ ਇੰਡਸਟਰੀ ਸੀਗੀ ਉਹਦੇ ਵਿੱਚ ਕੀ ਸੀ ਵੀ ਜਿਹੜੀਆਂ ਸਾਡੀਆਂ ਜਿਹੜੇ ਨਿਊ ਇੰਡਸਟਰੀ ਸੀਗੀਆਂ ਉਹ ਓਪਨ ਹੋਣ ਲੱਗੀਆਂ, ਤਾਂ ਉਹਦੇ ਵਿੱਚ ਇੱਕ ਜਿਹੜਾ ਕੋਲਾ ਸੀਗਾ ਜਾਂ ਕੋਲ ਇੰਡਸਟਰੀ ਸੀਗੀ ਉਹ ਵੀ ਸਭ ਤੋਂ ਪਹਿਲਾਂ ਸੀ। ਇਹਦੇ ਲਈ ਜਿਹੜਾ ਕੋਲਾ ਸੀਗਾ ਉਹ ਨੈਸੈਸਰੀ ਸੀਗਾ ਰੇਲਵੇ ਦੇ ਲਈ, ਕਿਉਂਕਿ ਸਾਡੀ ਪਹਿਲੀ ਰੇਲਵੇ ਲਾਈਨ ਵਿਚ ਚੁੱਕੀ ਸੀ 1853 ਦੇ ਵਿੱਚ ਬੰਬੇ ਟੂ ਠਾਣੇ ਦੇ ਵਿੱਚ, ਤਾਂ ਉਹਦੇ ਲਈ ਕੋਲਾ ਬਹੁਤ ਜ਼ਿਆਦਾ ਜ਼ਰੂਰੀ ਸੀ, ਕਿਉਂਕਿ ਉਸ ਸਮੇਂ ਕਿਹੜੇ ਸੀਗੇ ਸਟੀਮ ਇੰਜਨ ਸੀਗੇ ਜਾਣੀ ਕਿ ਭਾਫ ਇੰਜਨ ਸੀਗੇ, ਤਾਂ ਉਹਦੇ ਲਈ ਜ਼ਰੂਰੀ ਸੀ। ਤਾਂ 2 ਮਿਲਸ ਜਿਹੜੀਆਂ ਸਟਾਰਟ ਕੀਤੀਆਂ ਗਈਆਂ ਰਾਨੀਗੰਜ ਦੇ ਵਿੱਚ ਇਨ 1854 ਦੇ ਵਿੱਚ, ਅਤੇ 1880 ਦੇ ਵਿੱਚ ਜਿਹੜੇ ਸੀਗੇ ਇਹ ਇੰਡਸਟਰੀਆਂ ਜਿਹੜੀਆਂ ਇਨਕਰੀਜ਼ ਹੋ ਕੇ ਕੀ ਹੋਈਆਂ 56 ਹੋ ਗਈਆਂ, ਅਤੇ 85 ਦੇ ਵਿੱਚ ਇਹ 123 ਤੱਕ ਪਹੁੰਚ ਗਈਆਂ ਸੀਗੀਆਂ। ਤਾਂ ਇੰਨੀਆਂ ਇੰਡਸਟਰੀਆਂ ਜਿਹੜੀਆਂ ਸੀਗੀਆਂ ਉਹ ਬਣ ਚੁੱਕੀਆਂ ਸੀਗੀਆਂ। ਨੈਕਸਟ ਆ ਗਈ ਇੰਡੀਗੋ ਪਲਾਂਟੇਸ਼ਨ ਇੰਡਸਟਰੀ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਇੰਡਸਟਰੀ ਆ, ਇਹਦੇ ਵਿੱਚ ਰੈਗੂਲੇਸ਼ਨ ਵੀ ਆਈ ਸੀ। ਇੰਡੀਗੋ ਦਾ ਮਤਲਬ ਕੀ ਸੀਗਾ ਵੀ ਜਿਹੜਾ ਰੰਗ ਰੰਗਣ ਵਾਲੇ ਜਾਣੀ ਕਿ ਉਹ ਇੰਡਸਟਰੀਆਂ ਜਿਹੜੀਆਂ ਸੀ ਉਹ ਸਟੈਬਲਿਸ਼ ਕੀਤੀਆਂ ਗਈਆਂ। ਇਹ ਇੰਡੀਗੋ ਇੰਡਸਟਰੀ ਜਿਹੜੀ ਸੀ ਉਹ ਵੈਸਟ ਬੰਗਾਲ ਦੇ ਵਿੱਚ ਜਾਣੀ ਕਿ ਬੰਗਾਲ ਦੇ ਵਿੱਚ ਸਟੈਬਲਿਸ਼ ਹੋਈ, ਅਤੇ ਬਿਹਾਰ ਐਟ ਦੀ ਐਂਡ ਆਫ ਦੀ 19th ਸੈਂਚੁਰੀ ਬਿਹਾਰ ਤੱਕ ਵੀ ਇਹਦੇ ਜਿਹੜੀਆਂ ਇੰਡਸਟਰੀਆਂ ਸੀਗੀਆਂ ਉਹ ਬਣ ਗਈਆਂ। ਇੰਡੀਆ ਜਿਹੜੇ ਪੀਪਲ ਸੀਗੇ ਇਹਦੇ ਵਿੱਚ ਕੰਮ ਕਰਨ ਲੱਗੇ, ਕਿਉਂਕਿ ਇੰਡੀਗੋ ਪਲਾਂਟੇਸ਼ਨ ਜਿਹੜੀ ਸੀਗੀ ਉਹ ਸੈਟਅਪ ਯੂਰਪ ਦੇ ਵਿੱਚ ਯੂਰਪੀਅਨ ਨੇ ਕੀਤੀਆਂ ਸੀਗੀਆਂ। ਇਹਦੇ ਵਿੱਚ 35 ਲੱਖ ਹੈਕਟੇਅਰ ਦੇ ਵਿੱਚ ਇਹ ਲੈਂਡ ਦੇ ਅੰਡਰ ਜਿਹੜੀ ਇਹ ਕਲਟੀਵੇਟਰ ਲੈਂਡ ਸੀਗੀ ਉਹਦੇ ਵਿੱਚ ਜਿਹੜੀ ਇੰਡੀਗੋ ਦਾ ਬੀਜਿਆ ਗਿਆ ਜਾਂ ਉਹਦੇ ਵਿੱਚ ਇੰਡਸਟਰੀ ਲਾਈ ਗਈ ਇਨ 1825 AD ਦੇ ਵਿੱਚ। ਇਹ ਰਿਡਿਊਸ ਹੋ ਕੇ ਫਿਰ 3 ਤੋਂ 4 ਲੱਖ ਹੈਕਟੇਅਰ ਰਹਿ ਗਈਆਂ ਇਨ 1915 ਦੇ ਵਿੱਚ, ਬਿਕੋਜ਼ ਵੀ ਇਹਦੇ ਜਿਹੜੇ ਸਿੰਥੈਟਿਕ ਇੰਡੀਗੋ ਸੀਗਾ ਉਹ ਐਗਜ਼ਿਸਟ ਹੋ ਰਿਹਾ ਸੀ, ਅਤੇ ਉਹਦੇ ਨਾਲ ਜਿਹੜੀ ਸਾਡੀ ਫਰਟਾਈਲ ਲੈਂਡ ਸੀ ਉਹ ਖਰਾਬ ਹੋ ਰਹੀ ਸੀ, ਤਾਂ ਉਹਨੂੰ ਘਟਾ ਦਿੱਤਾ ਗਿਆ। ਨੈਕਸਟ ਆਇਆ ਟੀਲ ਪਲਾਂਟੇਸ਼ਨ। ਜਿਹੜੇ ਚਾਹ ਦੇ ਜਿਹੜੇ ਸੀ ਫਿਰ ਇੰਡਸਟਰੀਆਂ ਖੋਲ੍ਹੀਆਂ ਗਈਆਂ, ਇਹ ਸਟੈਬਲਿਸ਼ ਹੋਈ ਸੀਗੀ 1834 AD ਦੇ ਵਿੱਚ। ਫਸਟ ਜਿਹੜੀ ਟੀ ਗ੍ਰੀਨਲੈਂਡ ਟੀ ਗਾਰਡਨ ਜਿਹੜਾ ਸੀਗਾ ਉਹ ਡਿਵੈਲਪ ਕੀਤਾ ਗਿਆ ਬ੍ਰਿਟਿਸ਼ਰ ਦੁਆਰਾ ਅਸਾਮ ਦੇ ਵਿੱਚ 1852 ਦੇ ਵਿੱਚ, ਅਤੇ ਫਰੋਮ 1920 ਦੇ ਵਿੱਚ ਇਹ ਜਿਹੜਾ ਟੀ ਇੰਡਸਟਰੀ ਸੀਗਾ ਉਹ ਨੀਅਰ 4 ਲੱਖ ਜਿਹੜੇ ਹੈਕਟੇਅਰ ਲੈਂਡ ਸੀਗੀ ਉਹ ਇਹਦੇ ਅੰਡਰ ਆ ਗਈ। ਅਤੇ ਇਹਦੇ ਵਿੱਚ ਜਿਹੜਾ ਟੀ ਦੀ ਜਿਹੜੀ ਪ੍ਰਾਈਸ ਸੀਗੀ ਉਸ ਸਮੇਂ ਉਹ 34 ਲੱਖ ਕਰੋੜ ਪਾਊਂਡ ਸੀ। ਇਹ ਯਾਦ ਰੱਖਣਾ। ਅਤੇ ਇਹ ਸੈਂਡ ਕੀਤੀ ਜਾਂਦੀ ਸੀ ਇੰਡੀਆ ਤੋਂ ਹੋਰ ਕੰਟਰੀਜ਼ ਦੇ ਵਿੱਚ। ਤਾਂ ਲੇਟਰ ਜਿਹੜਾ ਟੀ ਗਾਰਡਨ ਸੀਗਾ ਉਹ ਸੈਟਅਪ ਕੀਤਾ ਗਿਆ ਹਿਲਸ ਆਫ ਕੰਗਰਾਰਾ ਅਤੇ ਨੀਲਗਿਰੀ, ਇਹ ਜਿਹੜੀਆਂ 2 ਪਲੇਸਾਂ ਸੀ, ਫਿਰ ਉੱਥੇ ਜਿਹੜੀ ਟੀ ਇੰਡਸਟਰੀ ਦੇ ਮੇਨ ਚੀਜ਼ਾਂ ਸੀ ਉੱਥੇ ਸਟੈਬਲਿਸ਼ ਕੀਤੀਆਂ ਗਈਆਂ। ਫਿਰ 6th ਆਇਆ ਕਾਫੀ ਪਲਾਂਟੇਸ਼ਨ ਇੰਡਸਟਰੀ। ਕਾਫੀ ਪਲਾਂਟੇਸ਼ਨ ਇੰਡਸਟਰੀ ਦੇ ਵਿੱਚ ਸੀਗਾ ਵੀ ਜਿਹੜੀ ਫਸਟ ਕਾਫੀ ਜਿਹੜਾ ਗਾਰਡਨ ਸੀਗਾ ਉਹ ਸਟੈਬਲਿਸ਼ ਕੀਤਾ ਗਿਆ ਸਾਊਥ ਇੰਡੀਆ ਦੇ ਵਿੱਚ 1840 AD ਦੇ ਵਿੱਚ। ਫਿਰ ਲੇਟਰ ਔਨ ਜਿਹੜੇ ਕਾਫੀ ਦੇ ਜਿਹੜੇ ਮੇਨ ਸੀਗੇ ਉਹ ਬਣਾਏ ਗਏ ਮੈਸੂਰ ਦੇ ਵਿੱਚ, ਮੈਸੂਰ ਆ ਗਿਆ, ਕੁਗਰ ਆ ਗਿਆ, ਨੀਲਗਿਰੀ ਆ ਗਿਆ, ਅਤੇ ਮਾਲਵਾਨ ਦਾ ਏਰੀਆ ਸੀਗਾ ਇਹਦੇ ਵਿੱਚ ਆ ਗਿਆ, ਕਿਉਂਕਿ ਇੱਥੇ ਲੋਟ ਆਫ ਕੰਪੀਟੀਸ਼ਨ ਸੀਗਾ ਬੈਲਜੀਅਮ ਦੇ ਨਾਲ, ਬੈਲਜੀਅਮ ਕਾਫੀ ਦੇ ਨਾਲ ਸਾਡਾ ਇੰਡੀਅਨ ਦੀ ਕਾਫੀਆਂ ਦਾ
ਕੰਪੀਟੀਸ਼ਨ ਸੀਗਾ ਤੇ ਇੰਡਸਟਰੀ ਕਾफ़ੀ ਜ਼ਿਆਦਾ ਸਫਰ ਕਰ ਰਹੀ ਸੀ। ਨੈਕਸਟ ਆ ਗਿਆ ਅਦਰ ਇੰਡਸਟਰੀ। ਇਹ ਤੋਂ ਇਲਾਵਾ ਵੀ ਹੋਰ ਕਈ ਇੰਡਸਟਰੀਆਂ ਖੋਲ੍ਹੀਆਂ ਗਈਆਂ 19th ਸੈਂਚੁਰੀ ਦੇ ਬਿਗਨਿੰਗ ਤੋਂ ਲੈ ਕੇ 20th ਸੈਂਚੁਰੀ ਦੇ ਐਂਡ ਤੱਕ ਇੱਥੇ ਕਈ ਇੰਡਸਟਰੀਆਂ ਹੋਰ ਵੀ ਸਟੈਬਲਿਸ਼ ਹੋਈਆਂ, ਜਿਵੇਂ ਆਇਰਨ, ਸਟੀਲ, ਸ਼ੂਗਰ, ਪੇਪਰ ਮਿਲ, ਡਰਾਈ ਕਲੀਨ ਐਕਸੈਕਟਰਾ, ਇਹ ਵਾਲੀਆਂ ਸਾਰੀਆਂ ਖੁੱਲ੍ਹੀਆਂ। ਨੈਕਸਟ ਹੈਗਾ ਇੰਪੋਰਟੈਂਸ ਆਫ ਦੀ ਗਰੋਥ ਆਫ ਮਾਡਰਨ ਇੰਡਸਟਰੀ, ਵੀ ਜਿਹੜੀਆਂ ਮਾਡਰਨ ਇੰਡਸਟਰੀਆਂ ਗਰੋਥ ਕੀਤੀ ਉਹਦੀ ਕੀ ਸਾਨੂੰ ਪ੍ਰਭਾਵ ਦਿਖੇ ਜਾਂ ਉਹਦੀ ਕੀ ਮਹੱਤਤਾ ਸੀਗੀ। ਕਹਿੰਦੇ ਜਿਹੜਾ ਜ਼ਿਆਦਾਤਰ ਇਹ ਇੰਡਸਟਰੀਆਂ ਦੋ ਕਲਾਸ ਦੇ ਵਿੱਚ ਬਣੀਆਂ, ਇੱਕ ਕੈਪੀਟਲਿਸਟ ਸੀਗੀ ਤੇ ਇੱਕ ਸੀਗੀ ਵਰਕਰਸ। ਵੀ ਕੈਪੀਟਲਿਸਟ ਦਾ ਮਤਲਬ ਵੀ ਜਿਨ੍ਹਾਂ ਕੋਲ ਪੈਸੇ ਜ਼ਿਆਦਾ ਸੀਗੇ ਤੇ ਦੂਜੇ ਵਰਕਰ ਜਿਨ੍ਹਾਂ ਤੋਂ ਕੰਮ ਸੀਗਾ। ਤੇ ਜਿਹੜੇ ਕੈਪੀਟਲਿਸਟ ਸੀਗੇ ਉਹ ਮੈਕਸਿਮਮ ਐਕਸਪਲੋਇਟੇਸ਼ਨ ਕਰਦੇ ਹੁੰਦੇ ਸੀ, ਜਾਣੀ ਕਿ ਸ਼ੋਸ਼ਣ ਕਰਦੇ ਹੁੰਦੇ ਸੀ, ਵਰਕਰਾਂ ਤੋਂ ਜ਼ਿਆਦਾ ਕੰਮ ਕਰਾਉਂਦੇ ਸੀ ਤੇ ਉਹਨਾਂ ਨੂੰ ਤਨਖਾਹ ਘੱਟ ਦਿੰਦੇ ਹੁੰਦੇ ਸੀਗੇ। ਤੇ ਇਸ ਤਰੀਕੇ ਨਾਲ ਇਹ ਜ਼ਿਆਦਾਤਰ ਜਿਹੜੀਆਂ ਕੈਪੀਟਲਿਸਟ ਸੀਗੀਆਂ, ਜਾਣੀ ਕਿ ਰਿਚੈਸਟ ਕਲਾਸ ਸੀਗੀਆਂ, ਉਹ ਜ਼ਿਆਦਾ ਗਰੋ ਕੀਤੀਆਂ ਤੇ ਇਹਨਾਂ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਇੰਡਸਟਰੀਆਂ ਖੋਲ੍ਹੀਆਂ ਤੇ ਨਵੀਆਂ ਜਿਹੜੀਆਂ ਸਿਟੀਆਂ ਬਣ ਕੇ ਉੱਥੇ ਤਿਆਰ ਹੋਈਆਂ ਤੇ ਜਿਹੜਾ ਮਾਡਰਨ ਲਾਈਫ ਆ ਉਹ ਸਟਾਰਟ ਹੋ ਚੁੱਕੀ ਸੀ। ਇਹਦੇ ਵਿੱਚ ਕੇਸ ਸਟੱਡੀ ਆ ਜਿਵੇਂ ਟੈਕਸਟਾਈਲ ਇੰਡਸਟਰੀ ਸੀਗੀ। ਟੈਕਸਟਾਈਲ ਦਾ ਮਤਲਬ ਜਿਹੜੀ ਧਾਗਾ ਮਿਲ। ਕਹਿੰਦਾ ਜਿਹੜੇ ਲਵਲੀ ਡਰੈਸ ਵੀਅਰ ਕਰਨ ਦੇ ਲਈ ਜਿਵੇਂ ਸ਼ਰਟ ਹੋ ਗਿਆ, ਦੁਪੱਟਾ ਹੋ ਗਿਆ, ਸਾੜੀ ਹੋ ਗਿਆ, ਸ਼ਰਟਸ ਹੋ ਗਿਆ, ਇਹ ਸਾਰੀਆਂ ਚੀਜ਼ਾਂ ਟੈਕਸਟਾਈਲ ਦੇ ਵਿੱਚ ਬਣਾਈਆਂ ਜਾਂਦੀਆਂ ਨੇ ਕਿ ਧਾਗੇ ਤੋਂ ਬਣਦੀਆਂ ਨੇ। ਤਾਂ ਇਹ ਟਰਾਈ ਕੀਤਾ ਗਿਆ ਵੀ ਫਾਈਂਡ ਕੀਤਾ ਜਾਵੇ, ਫਾਈਂਡ ਆਊਟ ਹਾਊ ਐਂਡ ਵੇਅਰ ਇਟਸ ਕਮ ਫਰੋਮ। ਕਹਿੰਦੇ ਵੀ ਫਿਰ ਅਸੀਂ ਇਹ ਟਰਾਈ ਕੀਤਾ ਵੀ ਕਿੱਥੋਂ ਆਉਂਦਾ ਤੇ ਕਿਵੇਂ ਬਣਦਾ, ਇਹ ਚੀਜ਼ਾਂ ਨੂੰ ਲੱਭਿਆ ਗਿਆ। ਫਿਰ ਇਹਨੂੰ ਲੁੱਕ ਕਰਦੇ ਅਸੀਂ ਬੈਕ ਹਿਸਟਰੀ ਦੇ ਵਿੱਚ ਜਾਂਦੇ ਹਾਂ ਤਾਂ ਪ੍ਰੀ ਹਿਸਟੋਰੀਕਲ ਮੈਨ ਜਿਹੜਾ ਸੀ ਉਹ ਕਲੋਥ ਹਿਮਸੈਲਫ ਆਪਣੇ ਆਪ ਬਣਾਉਂਦਾ ਸੀਗਾ ਕੀ ਤੋਂ, ਹਿਊਮਨ ਸਕਿਨਸ ਤੋਂ, ਤਾਂ ਜੋ ਆਪਣੇ ਆਪ ਨੂੰ ਗਰਮ ਰੱਖ ਸਕੇ। ਅਤੇ ਹੌਲੀ ਹੌਲੀ ਇਹ ਕੀ ਆ ਸਪਿਨਿੰਗ ਅਤੇ ਵੀਵਸ ਜਿਹੜਾ ਅਸੀਂ ਚਰਖਾ ਕੱਤਣ ਲੱਗ ਗਏ ਹੌਲੀ ਹੌਲੀ। ਤਾਂ ਇਹਦੇ ਨਾਲ ਕੀ ਹੋਇਆ ਵੀ ਜਿਹੜਾ ਧਾਗਾ ਬਣਨਾ ਸਟਾਰਟ ਹੋਇਆ। ਫਸਟ ਜਿਹੜਾ ਵੀਫਰ ਸੀਗਾ ਇੰਡੀਆ ਦੇ ਵਿੱਚ ਉਹਨੇ ਗਰਾਸ ਤੋਂ ਲੈ ਕੇ ਐਜ਼ ਏ ਫਾਈਬਰ ਯੂਜ਼ ਕੀਤਾ ਅਤੇ ਉਹ ਤੋਂ ਇੱਕ ਗਾਰਮੈਂਟ ਬਣਾਇਆ ਅਤੇ ਇਹਦੇ ਡਿਜ਼ਾਈਨਿੰਗ ਦੇ ਜਿਹੜਾ ਸੀ ਉਹਨੇ ਆਪਣੇ ਅਕੋਰਡਿੰਗ ਦਿੱਤਾ ਤਾਂ ਥਰੈਡ ਨੂੰ ਜਿਹੜਾ ਲੂਮ ਦੇ ਵਿੱਚ ਪਾਇਆ ਗਿਆ। ਹੌਲੀ ਹੌਲੀ ਇਹ ਜਿਹੜੀ ਫਾਈਬਰ ਆ ਉਹ ਪਾਸ ਹੁੰਦੀ ਗਈ ਅਤੇ ਡਿਜ਼ਾਈਨ ਜਿਹੜੇ ਨੇ ਉਹ ਹੋਰ ਵੀ ਨਵੇਂ ਨਵੇਂ ਬਣਦੇ ਗਏ ਅਤੇ ਵੀਫਰਸ ਜਿਹੜੇ ਸੀ ਆਪਣੇ ਆਪ ਨੂੰ ਆਕੂਪਾਈਡ ਕਰਦੇ ਗਏ ਅਤੇ ਇੱਕ ਗ੍ਰੇਟ ਜਿਹੜਾ ਓਨਰ ਸੀ ਉਹਨਾਂ ਨੂੰ ਮਿਲਣਾ ਸ਼ੁਰੂ ਹੋਇਆ ਪੁਰਾਣੇ ਸਮਿਆਂ ਦੇ ਵਿੱਚ ਇੰਡੀਆ ਦੇ ਵਿੱਚ। ਮੋਹਨਜੋਦਾਰੋ ਅਤੇ ਜਿਹੜਾ ਹੜੱਪਾ ਦੀ ਸੱਭਿਅਤਾ ਸੀਗਾ ਉਹਦੇ ਜਿਹੜੇ ਚੈਰੋਲੋਜੀਕਲ ਰਿਸੋਰਸਿਸ ਮਿਲਦੇ ਆ ਉਹ ਤੋਂ ਸਾਨੂੰ ਪਤਾ ਲੱਗਦਾ ਵੀ ਇੱਥੇ ਬੂਵਿਨਸ ਐਂਡ ਮਿਨਰਲ ਡਰਾਈਡ ਕਾਟਨ ਜਿਹੜੀਆਂ ਸੀਗੀਆਂ ਉਹ ਫੈਬਰਿਕ ਮਿਲਦੀਆਂ ਸੀਗੀਆਂ। ਫਿਰ ਸਪਾਈਡਰਲਸ ਅਤੇ ਵੂਫਨਸ ਮੈਟਸ ਜਿਹੜੇ ਸੀਗੇ ਉਹ ਫਾਊਂਡ ਹੋਣ ਲੱਗ ਗਏ ਕਸ਼ਮੀਰ ਦੇ ਵਿੱਚ। ਅਤੇ ਫਿਰ ਹੌਲੀ ਹੌਲੀ ਜਿਹੜਾ ਇਹ ਸੁਜੈਸ਼ਨ ਮਿਲਿਆ ਵੀ ਅਸੀਂ ਉਹਨੂੰ ਵੀਵ ਕਰ ਸਕਦੇ ਹਾਂ। ਅਤੇ ਜਿਹੜੇ ਲੋਕ ਸੀਗੇ ਉਦੋਂ ਇਹ 4000 ਪਹਿਲਾਂ ਤੋਂ ਹੀ ਇਹ ਚੀਜ਼ਾਂ ਨੂੰ ਜਾਣਦੇ ਸੀਗੇ ਅਤੇ ਉਹਨਾਂ ਦੇ ਆਈਡੀਆ ਤੋਂ ਹੀ ਫਿਰ ਅਸੀਂ ਹੌਲੀ ਹੌਲੀ ਟੈਕਸਟਾਈਲ ਇੰਡਸਟਰੀ ਨੂੰ ਬਣਾਉਣਾ ਸ਼ੁਰੂ ਕੀਤਾ। ਦੇਖਿਆ ਹੋਣਾ, ਦੇਖੋ ਸਿਲਕ ਸਾੜੀ ਇਹ ਦਿਖਾਈ ਗਈ ਹੈ, ਇਹ ਉਹਦਾ ਹੀ ਇੱਕ ਪਾਰਟ ਆ ਟੈਕਸਟਾਈਲ ਇੰਡਸਟਰੀ ਦਾ। ਫਿਰ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਟੈਕਸਟਾਈਲ ਇੰਡਸਟਰੀ ਸੀਗੀ ਉਹ ਫੇਮਸ ਹੋਣ ਲੱਗੀ ਵਰਲਡ ਦੇ ਵਿੱਚ, ਕਿਉਂਕਿ ਯੂਰਪੀਅਨ ਜਿਹੜੇ ਲੋਕ ਸੀਗੇ ਉਹ ਇੰਡੀਆ ਦੇ ਵਿੱਚ ਪਹਿਲੀ ਵਾਰ ਟਰੇਡ ਕਰਨ ਆਏ ਸੀ ਟੈਕਸਟਾਈਲ ਅਤੇ ਮਸਾਲਿਆਂ ਦਾ, ਧਾਗਾ ਦਾ ਅਤੇ ਮਸਾਲਿਆਂ ਦਾ ਵਪਾਰ ਕਰਨ ਆਏ ਸੀ। ਫਿਰ ਉਹਨਾਂ ਨੇ ਇੰਡਸਟਰੀ ਰੈਗੂਲੇਸ਼ਨ ਲੈ ਕੇ ਆਂਦੀ ਅਤੇ ਹਾਈ ਜਿਹੜੀ ਟੈਕਸਟਾਈਲ ਇੰਡਸਟਰੀਆਂ ਸੀਗੀਆਂ ਉਹ ਸਟੈਬਲਿਸ਼ ਹੋਈਆਂ, ਇੱਥੇ ਬਣੀਆਂ। ਫਿਰ ਹੌਲੀ ਹੌਲੀ ਇਹਦੀ ਪ੍ਰੋਡਕਸ਼ਨ ਜਿਹੜੀ ਆ ਉਹ ਸਿੰਪਲੀ ਹੈਂਡ ਦੇ ਥਰੂ ਹੋਣ ਲੱਗ ਗਈ। ਫਿਰ ਇਹ ਇੰਡਸਟਰੀਆਂ ਜਿਹੜੀਆਂ ਸੀਗੀਆਂ ਉਹਨੇ ਰੈਗੂਲੇਸ਼ਨ ਕ੍ਰੀਏਟ ਕੀਤੀ ਇੰਗਲੈਂਡ ਦੇ ਵਿੱਚ ਅਤੇ ਟੈਕਸਟਾਈਲ ਇੰਡਸਟਰੀਆਂ ਹਾਲੇ ਵੀ ਜਿਹੜਾ ਇੰਡੀਆ ਦੇ ਵਿੱਚ ਆ ਉਹ ਕਾਫੀ ਜ਼ਿਆਦਾ ਘਟਦੀ ਜਾ ਰਹੀ ਆ, ਕਿਉਂਕਿ ਇਹ ਇੰਡਸਟਰੀ ਜਿਹੜਾ ਅਸੀਂ ਜ਼ਿਆਦਾਤਰ ਕਲੋਥ ਜਿਹੜਾ ਵਾ ਉਹ ਫੋਰਨ ਪਾਉਣ ਲੱਗੇ, ਤਾਂ ਕਰਕੇ ਇਹਦੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ। ਨੈਕਸਟ ਹੈਗਾ ਇਨ ਦੀ 20th ਸੈਂਚੁਰੀ ਅੰਡਰ ਦੀ ਲੀਡਰਸ਼ਿਪ ਆਫ ਦੀ ਮਹਾਤਮਾ ਗਾਂਧੀ ਜੀ ਦੇ ਲੀਡਰਸ਼ਿਪ ਦੇ ਅੰਡਰ ਅਸੀਂ ਕਾਟਨ ਅਤੇ ਸਿਲਕ ਜਿਹੜਾ ਕਲੋਥਸ ਨੇ ਉਹਨੂੰ ਸਟਾਰਟ ਕਰਨਾ ਆਪਣੇ ਆਪ ਸਟਾਰਟ ਕੀਤਾ ਅਤੇ ਇੰਡੀਆ ਦੇ ਵਿੱਚ ਜਿਹੜੀ ਟੈਕਸਟਾਈਲ ਇੰਡਸਟਰੀ ਆ ਉਹਨੇ ਫਿਰ ਦੁਬਾਰਾ ਤੋਂ ਜਨਮ ਲੈਣਾ ਸ਼ੁਰੂ ਕੀਤਾ, ਯਾਨੀ ਕਿ ਉਹ ਫਿਰ ਤੋਂ ਸਰਵਾਈਵ ਕਰਨ ਲੱਗ ਗਈ। ਅਤੇ ਜਿਹੜੀ ਨਵੀਂ ਇਕਨੋਮਿਕ ਪਾਲਿਸੀ ਆਈ ਗੌਰਮੈਂਟ ਦੇ ਦੁਆਰਾ 1991 ਦੇ ਵਿੱਚ ਆਈ ਸੀਗੀ ਨਿਊ ਇਕਨੋਮਿਕ ਪਾਲਿਸੀ, ਅਤੇ ਉਹਦੇ ਵਿੱਚ ਜਿਹੜਾ ਇਹਦੀ ਗਰੋਥ ਦੇ ਲਈ ਕਈ ਕੰਮ ਚੱਕੇ ਗਏ। ਉਹਨਾਂ ਨੇ ਕਈ ਜ਼ਿਆਦਾਤਰ ਅਨਾਊਂਸਮੈਂਟਾਂ ਕੀਤੀਆਂ ਤਾਂ ਜੋ ਕੀ ਆ ਵੀ ਇਹਨੂੰ ਬੈਨੀਫਿਟ ਮਿਲ ਸਕੇ ਟੈਕਸਟਾਈਲ ਇੰਡਸਟਰੀ ਨੂੰ ਇੰਪੋਰਟ ਅਤੇ ਐਕਸਪੋਰਟ ਦੇ ਪਰਪਸ ਦੇ ਨਾਲ। ਇਹ ਸੀਗਾ ਚੈਪਟਰ, ਆਈ ਹੋਪ ਤੁਹਾਨੂੰ ਇਹ ਸਮਝ ਆਇਆ ਹੋਊਗਾ। ਨੈਕਸਟ ਹੁਣ ਅਸੀਂ ਕਰਦੇ ਹਾਂ ਤੇ ਕੁਐਸਚਨ ਆਨਸਰ। ਫਸਟ ਕੁਐਸਚਨ ਹੈਗਾ ਰਾਈਟ ਡਾਊਨ ਦੀਆਂ 2 ਰੀਜ਼ਨ ਆਫ ਦੀ ਡਿਕਲਾਈਨ ਇਨ ਦੀ ਸਮਾਲ ਸਕੇਲ ਇੰਡਸਟਰੀ ਇਨ ਇੰਡੀਆ। ਇੰਡੀਆ ਦੇ ਵਿੱਚ ਜਿਹੜੀਆਂ ਛੋਟੀਆਂ ਇੰਡਸਟਰੀਆਂ ਸੀਗੀਆਂ ਉਹਨਾਂ ਦੇ ਖਤਮ ਹੋਣ ਦਾ ਜਾਂ ਉਹਨਾਂ ਦੇ ਘਟਣ ਦਾ ਕੀ ਕਾਰਨ ਸੀ। ਦੇਖੋ ਪਹਿਲਾ ਕਾਰਨ ਸੀਗਾ ਵੀ ਮੇਨ ਜਿਹੜੇ ਪ੍ਰੋਟੈਕਟਰਸ ਆਫ ਦੀਜ਼ ਇੰਡਸਟਰੀਜ਼ ਵਰ ਲੋਕਲ ਰੂਲਰਸ ਐਂਡ ਦੇਅਰ ਫੈਮਲੀਜ਼ ਮੈਂਬਰਸ ਐਂਡ ਆਫੀਸ਼ੀਅਲਸ। ਵੀ ਜਾਣੀ ਕਿ ਜਿਹੜਾ ਜ਼ਿਆਦਾਤਰ ਇਹਨਾਂ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਕੀ ਸੀਗੇ, ਜਾਣੀ ਕਿ ਲੋਕਲ ਰੂਲਰ ਦੇ ਜਿਹੜੇ ਰਾਜੇ ਹੁੰਦੇ ਸੀ ਜਾਂ ਉਹਨਾਂ ਦੀਆਂ ਫੈਮਲੀਆਂ ਹੁੰਦੀਆਂ ਸੀ, ਉਹਨਾਂ ਦੇ ਵਿੱਚ ਹੀ ਇਹ ਜ਼ਿਆਦਾਤਰ ਇਹਨਾਂ ਦੇ ਕੰਮ ਜਾਂਦੇ ਹੁੰਦੇ ਸੀ, ਪਰ ਉਹ ਬੰਦ ਹੋ ਗਏ। ਫਿਰ ਜਿਹੜਾ ਵੈਨ ਦੀ ਬ੍ਰਿਟਿਸ਼ਰ ਸਟਾਰਟਡਸ ਟੂ ਦੀ ਕਨਵਰਟਿੰਗ ਟੂ ਦੀ ਲੋਕਲ ਕਿੰਗਡਮਸ ਐਂਡ ਕਾਟੇਜਸ ਇੰਡਸਟਰੀ ਵਰ ਬਾਉਂਡ ਟੂ ਦੀ ਡਿਕਲਾਈਨ। ਫਿਰ ਜਿਹੜੇ ਸਾਡੇ ਬ੍ਰਿਟਿਸ਼ਰ ਲੋਕ ਸੀਗੇ ਉਹ ਆ ਗਏ ਤਾਂ ਉਹਨਾਂ ਨੇ ਕੀ ਆ ਉਸ ਇੰਡਸਟਰੀ ਦੇ ਉੱਤੇ ਆਪਣਾ ਹਵਾ ਬੋਲਤਾ, ਤਾਂ ਕਰਕੇ ਇੰਡਸਟਰੀਆਂ ਕੀ ਸੀ ਘਟਣੀਆਂ ਸ਼ੁਰੂ ਹੋ ਗਈਆਂ। ਉਹਨਾਂ ਨੇ ਇੰਡਸਟਰੀ ਸਟੈਬਲਿਸ਼ ਕੀਤੀਆਂ, ਤਾਂ ਕਰਕੇ ਹੱਥੀਂ ਕੰਮ ਜਿਹੜਾ ਵਾ ਉਹ ਘਟ ਗਿਆ। ਫਿਰ ਅੱਗੇ ਹੈਗਾ ਵੀ ਜਿਹੜੇ ਪੀਪਲ ਸੀਗੇ ਉਹ ਨਿਊ ਕਲਾਸ ਡਜ਼ ਨਾਟ ਟੂ ਬੀ ਅ ਲਾਈਕਸ ਟੂ ਦੀ ਕਲੋਥਸ ਮੇਡ ਇਨ ਦੀ ਕਾਟੇਜ ਇੰਡਸਟਰੀ। ਵੀ ਜਿਹੜੀਆਂ ਨਵੇਂ ਲੋਕ ਜਿਹੜੇ ਨਵੇਂ ਬੱਚੇ ਹੁੰਦੇ ਸੀਗੇ ਉਹਨਾਂ ਨੂੰ ਜਿਹੜੇ ਹੱਥ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਪਸੰਦ ਨਹੀਂ ਸੀਗੀਆਂ, ਤਾਂ ਕਰਕੇ ਜਿਹੜੀ ਇੰਡਸਟਰੀ ਆ ਉਹਨੇ ਇੰਪੈਕਟ ਪਾਇਆ। ਬ੍ਰਿਟਿਸ਼ਰ ਨੇ ਇਹਦੇ ਅੰਡਰ ਰਹੇ, ਤਾਂ ਕਰਕੇ ਕੀ ਆ ਖਤਮ ਹੁੰਦੀ ਗਈ ਅਤੇ ਹੌਲੀ ਹੌਲੀ ਇਹ ਚੀਜ਼ਾਂ ਦੀ ਜਿਹੜੀ ਡਿਮਾਂਡ ਸੀ ਉਹ ਘਟਣ ਲੱਗ ਗਈ ਅਤੇ ਯੂਰਪੀਅਨ ਜਿਹੜੀਆਂ ਚੀਜ਼ਾਂ ਸੀਗੀਆਂ
ਉਹਨਾਂ ਦੀ ਡਿਮਾਂਡ ਵਧਣੀ ਸ਼ੁਰੂ ਹੋ ਗਈ। ਸੈਕੰਡ ਕੁਐਸਚਨ ਆ, ਵਾਈ ਦੀਆਂ ਗੁੱਡਸ ਮੇਡ ਬਾਈ ਦੀਆਂ ਸਮੋਲ ਸਕੇਲ ਇੰਡਸਟਰੀਜ਼ ਵਰ ਐਕਸਪੈਂਸਿਵ ਇਨ ਇੰਡੀਆ। ਇੰਡੀਆ ਦੇ ਵਿੱਚ ਜਿਹੜੀਆਂ ਸਮੋਲ ਸਕੇਲ ਇੰਡਸਟਰੀ ਦੁਆਰਾ ਚੀਜ਼ਾਂ ਬਣਾਈਆਂ ਜਾਂਦੀਆਂ ਉਹ ਜ਼ਿਆਦਾ ਮਹਿੰਗੀਆਂ ਕਿਉਂ ਸੀ। ਦੀਆਂ ਗੁੱਡਸ ਮੇਡ ਬਾਈ ਟੂ ਦੀਆਂ ਕਾਟੇਜ ਇੰਡਸਟਰੀਜ਼ ਆਫ ਦੀਆਂ ਇੰਡੀਆ ਵਰ ਮੋਰ ਐਕਸਪੈਂਸਿਵ ਬਿਕੋਜ਼ ਦੀਆਂ ਲੇਬਰਸ ਵਰ ਟੂ ਦੀਆਂ ਰਿਕੁਆਇਰਡ ਟੂ ਮੈਨੂਫੈਕਚਰਿੰਗ ਦੇਅਰ ਗੁੱਡਸ। ਕਹਿੰਦੇ ਵੀ ਕਾਟੇਜ ਇੰਡਸਟਰੀ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਬਣਦੀਆਂ ਸੀ ਜ਼ਿਆਦਾ ਮਹਿੰਗੀਆਂ ਸੀ, ਕਿਉਂਕਿ ਜਿਹੜਾ ਲੇਬਰ ਸੀਗਾ ਉਸ ਚੀਜ਼ ਨੂੰ ਬਣਾਉਣ ਦਾ, ਮੈਨੂਫੈਕਚਰਿੰਗ ਕਰਨ ਦਾ ਬਹੁਤ ਜ਼ਿਆਦਾ ਖਰਚਾ ਮੰਗਦੀ ਸੀ, ਤਾਂ ਕਰਕੇ ਕੀ ਸੀਗਾ ਉਹ ਹਮੇਸ਼ਾ ਚੀਜ਼ਾਂ ਉਹ ਮਹਿੰਗੀਆਂ ਬਣਦੀਆਂ ਸੀ। ਨੈਕਸਟ ਹੈਗਾ ਵਾ, ਵੈਨ ਐਂਡ ਵੇਅਰ ਦੀ ਫਸਟ ਕਾਟੇਜ ਇੰਡਸਟਰੀ ਆਫ ਇੰਡੀਆ ਇਸਟੈਬਲਿਸ਼ ਇਨ ਇੰਡੀਆ। ਇੰਡੀਆ ਦੇ ਵਿੱਚ ਕਦੋਂ ਸਭ ਤੋਂ ਪਹਿਲਾਂ ਜਿਹੜੀ ਕਾਟੇਜ ਇੰਡਸਟਰੀ ਸੀ ਉਹ ਬਣੀ। ਦੀ ਫਸਟ ਇੰਡਸਟਰੀ ਆਫ ਦੀ ਕਾਟਨ ਟੈਕਸਟਾਈਲ ਇਨ ਇੰਡੀਆ ਵਾਜ਼ ਸਟੈਬਲਿਸ਼ ਅਪ ਇਨਟੂ ਦੀ 1853 AD ਐਟ ਬੰਬੇ। ਬੰਬੇ ਦੇ ਵਿੱਚ ਬਣਾਈ ਗਈ ਸੀ ਫਸਟ ਟੈਕਸਟਾਈਲ ਕਾਟਨ ਇੰਡਸਟਰੀ 1853 ਈਸਵੀ ਦੇ ਵਿੱਚ। ਨੈਕਸਟ ਹੈਗਾ ਵਾ, ਵੇਅਰ ਐਂਡ ਵੈਨ ਦੀ ਫਸਟ ਜੂਟ ਇੰਡਸਟਰੀਜ਼ ਵਾਜ਼ ਸਟੈਬਲਿਸ਼ ਇਨ ਇੰਡੀਆ। ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਜੂਟ ਇੰਡਸਟਰੀ ਕਿੱਥੇ ਅਤੇ ਕਦੋਂ ਬਣੀ। ਅਤੇ ਫਸਟ ਜੂਟ ਇੰਡਸਟਰੀ ਇਨ ਇੰਡੀਆ ਵਾਜ਼ ਸਟੈਬਲਿਸ਼ ਇਨ 1854 ਐਟ ਟੂ ਦੀਆਂ ਸਮਰਾਮਪੁਰ ਬੰਗਾਲ। ਵੀ ਜਿਹੜਾ ਜੂਟ ਇੰਡਸਟਰੀ ਸਭ ਤੋਂ ਪਹਿਲੀ ਇੰਡਸਟਰੀ ਬਣੀ ਸੀਗੀ ਉਹ 1854 ਦੇ ਵਿੱਚ ਬਣਾਈ ਗਈ ਸਮਰਾਮਪੁਰ ਦੇ ਵਿੱਚ, ਬੰਗਾਲ ਦੇ ਵਿੱਚ। ਫਿਫਥ ਕੁਐਸਚਨ ਹੈ, ਵੇਅਰ ਐਂਡ ਵੈਨ ਦੀ ਫਸਟ ਕਾਫੀ ਗਾਰਡਨ ਵਾਜ਼ ਸਟੈਬਲਿਸ਼ ਸੈਟਅਪ। ਵੀ ਪਹਿਲਾਂ ਕਦੋਂ ਕਾਫੀ ਜਿਹੜਾ ਗਾਰਡਨ ਸੀਗਾ ਉਹ ਸੈਟਅਪ ਕੀਤਾ ਗਿਆ ਇੰਡੀਆ ਦੇ ਵਿੱਚ। ਫਸਟ ਜਿਹੜਾ ਕਾਫੀ ਗਾਰਡਨ ਸੀਗਾ ਇੰਡੀਆ ਦੇ ਵਿੱਚ ਉਹ ਸਟਾਰਟ ਕੀਤਾ ਗਿਆ 1854 ਦੇ ਵਿੱਚ, ਅਤੇ ਸਾਊਥ ਇੰਡੀਆ ਦੇ ਵਿੱਚ ਸੀਗਾ। 1840 ਦੇ ਵਿੱਚ ਬਣਾਇਆ ਗਿਆ ਅਤੇ ਸਾਊਥ ਇੰਡੀਆ ਦੇ ਵਿੱਚ ਪਹਿਲਾਂ ਬਣਾਇਆ ਗਿਆ ਸੀਗਾ। ਸਿਕਸਥ ਕੁਐਸਚਨ ਆ, ਵੇਅਰ ਐਂਡ ਵੈਨ ਦੀ ਫਸਟ ਟੀ ਗਾਰਡਨਜ਼ ਵਾਜ਼ ਸਟੈਬਲਿਸ਼ ਅਪ। ਵੀ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਟੀ ਗਾਰਡਨ ਸੀਗਾ ਉਹ ਕਦੋਂ ਅਤੇ ਕਿੱਥੇ ਸਟੈਬਲਿਸ਼ ਕੀਤਾ ਗਿਆ। ਫਸਟ ਟਾਈਮ ਦੀ ਫਸਟ ਟੀ ਗਾਰਡਨ ਇਨ ਇੰਡੀਆ ਇਜ਼ ਸਟੈਬਲਿਸ਼ ਇਨ 1852 AD ਐਟ ਅਸਾਮ। 1852 ਦੇ ਵਿੱਚ ਉਹ ਅਸਾਮ ਦੇ ਵਿੱਚ ਪਹਿਲਾ ਗਾਰਡਨ ਬਣਾਇਆ ਗਿਆ। ਸੈਵਨਥ ਕੁਐਸਚਨ ਹੈ, ਰਾਈਟ ਡਾਊਨ ਦੀ ਰੀਜ਼ਨ ਆਫ ਟੂ ਦੀ ਡਿਕਲਾਈਨ ਆਫ ਦੀ ਸਮੋਲ ਸਕੇਲ ਇੰਡਸਟਰੀਜ਼ ਇਨ ਦੀ ਇੰਡੀਆ ਇਨ 19th ਸੈਂਚੁਰੀ। 19ਵੀਂ ਸਦੀ ਦੇ ਵਿੱਚ ਕੀ ਕਾਰਨ ਸੀਗੇ ਵੀ ਜਿਹੜਾ ਇੰਡੀਆ ਦੀ ਸਮੋਲ ਸਕੇਲ ਇੰਡਸਟਰੀ ਸੀਗੀ ਉਹ ਘਟਣਾ ਸ਼ੁਰੂ ਹੋ ਗਈ। ਫਸਟ ਜਿਹੜੇ ਰੀਜ਼ਨ ਨੇ, ਇੰਡੀਅਨ ਵਿਲੇਜਰਸ were self-dependent before to the establishment of the East India in India. The pupils of the village such of to the blacksmiths, farmers, carpenter, cobblers, potters, etc. collectively made their things to the fulfill the need of the village। ਕਹਿੰਦੇ ਵੀ ਜਿਹੜੇ ਇਹ ਲੋਕ ਹੁੰਦੇ ਸੀ, ਇੰਡੀਆ ਦੇ ਲੋਕ ਸੀਗੇ, ਉਹ ਆਪਣੇ ਆਪ ਦੇ ਉੱਤੇ ਹੀ ਡਿਪੈਂਡੈਂਟ ਸੀਗੇ ਜਦੋਂ ਤੱਕ ਬ੍ਰਿਟਿਸ਼ ਇੰਡੀਆ ਨਹੀਂ ਬਣਿਆ ਸੀਗਾ। ਕਹਿੰਦੇ ਉਹ ਜਿਹੜੇ ਲੋਕ ਸੀਗੇ, ਜਿਵੇਂ ਉੱਥੇ ਬਲੈਕ ਸਮਿਥ ਸੀਗੇ, ਫਾਰਮਰ ਸੀਗੇ, ਕਾਰਪੈਂਟਰ ਸੀਗੇ, ਉਹ ਸਾਰੇ ਜਣੇ ਇੱਕ ਦੂਜੇ ਨਾਲ ਮਿਲ ਕੇ ਸਾਰੀ ਜਿਹੜੀਆਂ ਵਿਲੇਜ ਦੀਆਂ ਜ਼ਰੂਰਤਾਂ ਸੀਗੀਆਂ ਉਹਨੂੰ ਪੂਰਾ ਕਰਦੇ ਹੁੰਦੇ ਸੀਗੇ। ਨੈਕਸਟ ਹੈਗਾ, ਦੀ ਕਾਟੇਜ ਇੰਡਸਟਰੀਜ਼ ਆਫ ਦੇਅਰ ਆਰਟ ਵਾਜ਼ ਮੇਡ ਮੀਨਸ ਆਫ ਇਨਕਮ, ਬਟ ਆਫਟਰ ਦੀ ਐਡਵੈਂਟਸ ਆਫ ਟੂ ਦੀ ਈਸਟ British rule in India, their rural pupils also we started using their goods made in the British factories because they were to be cheaper as well as the good quality. So the small scale industries village and Indian cities started to decline and their pupils become to the unemployed। ਕਹਿੰਦੇ ਵੀ ਜਿਹੜੀਆਂ ਕਾਟਨ ਇੰਡਸਟਰੀਆਂ ਸੀਗੀਆਂ ਉਹਦੇ ਵਿੱਚ ਜਿਹੜੀਆਂ ਆਰਟ ਸੀਗੀ ਉਹੀ ਉਹਨਾਂ ਦੀ ਆਮਦਨ ਦਾ ਸਾਧਨ ਸੀ। ਜਦੋਂ ਬ੍ਰਿਟਿਸ਼ ਰੂਲ ਇੰਡੀਆ ਦੇ ਉੱਤੇ ਆਇਆ ਤਾਂ ਉਹਨਾਂ ਨੇ ਰੂਰਲ ਇੰਡਸਟਰੀ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਬ੍ਰਿਟਿਸ਼ ਲੋਕ ਆਪਣੀ ਫੈਕਟਰੀ ਦੇ ਵਿੱਚ ਬਣਾਉਣ ਲੱਗ ਗਏ। ਉਹ ਕਾਫੀ ਸਸਤੀ ਸੀਗੀ ਅਤੇ ਵਧੀਆ ਕੁਆਲਿਟੀਆਂ ਦੀਆਂ ਸੀਗੀਆਂ, ਤਾਂ ਕਰਕੇ ਜਿਹੜੀਆਂ ਛੋਟੀਆਂ ਇੰਡਸਟਰੀਆਂ ਸੀਗੀਆਂ ਉਹਨਾਂ ਦਾ ਕੰਮ ਠੱਪ ਪੈ ਗਿਆ, ਤਾਂ ਕਰਕੇ ਜਿਹੜੇ ਲੋਕ ਸੀਗੇ ਉਹ ਜ਼ਿਆਦਾ ਬੇਰੁਜ਼ਗਾਰ ਹੋਏ। 8th ਕੁਐਸਚਨ ਆ, ਰਾਈਟ ਡਾਊਨ ਟੂ ਦੀ ਇੰਪੋਰਟੈਂਸ ਆਫ ਟੂ ਦੀ ਮਾਡਰਨ ਇੰਡੀਅਨ ਇੰਡਸਟਰੀ। ਜਿਹੜੀ ਮਾਡਰਨ ਇੰਡੀਅਨ ਇੰਡਸਟਰੀ ਆ ਉਹਦੇ ਵਿੱਚ ਕੀ ਮਹੱਤਤਾ ਵਾ। ਇਕਨੋਮਿਕ ਐਂਡ ਸੋਸ਼ਲ ਲਾਈਫ ਆਫ ਟੂ ਦੀ ਇੰਡੀਆ ਵਾਜ਼ ਗ੍ਰੇਟਲੀ ਇਫੈਕਟਡ ਬਾਈ ਦੀ ਡਿਵੈਲਪਮੈਂਟ ਆਫ ਦੀ ਮਾਡਰਨ ਇੰਡਸਟਰੀ ਇਨ ਇੰਡੀਆ। ਇਟ ਲੀਡ ਟੂ ਦੀ ਮਰਜੈਂਸ ਟੂ ਦੀਆਂ ਟੂ ਕਲਾਸਿਸ ਕੈਪੀਟਲਿਸਟ ਐਂਡ ਲੇਬਰ। ਕਹਿੰਦੇ ਵੀ ਜਿਹੜੇ ਇਕਨੋਮਿਕ ਅਤੇ ਸੋਸ਼ਲ ਲਾਈਫ ਜਿਹੜੀ ਸੀ ਬੰਦਿਆਂ ਦੀ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ। ਨਵੀਂ ਜਿਹੜੀ ਇਕਨੋਮਿਕ ਇੰਡਸਟਰੀ ਜਿਹੜੀ ਪਾਲਿਸੀਆਂ ਸੀਗੀਆਂ ਉਹ ਆਉਣ ਦੇ ਨਾਲ ਇਹ ਦੋ ਕਲਾਸਾਂ ਜਿਹੜੀਆਂ ਜ਼ਿਆਦਾਤਰ ਉਹਦੇ ਵਿੱਚ ਨਿਕਲੀਆਂ। ਪਹਿਲੀ ਹੈਗੀ ਕੈਪੀਟਲਿਸਟ ਅਤੇ ਦੂਜੀ ਪੂੰਜੀ ਵਾਲੇ, ਅਤੇ ਦੂਜੇ ਸੀਗੇ ਮਜ਼ਦੂਰ। ਜੀ ਕੈਪੀਟਲਿਸਟ ਸਟਾਰਟਡ ਟੂ ਦੀ ਐਕਸਪਲੋਇਟ ਦੀਆਂ ਲੇਬਰਸ, ਦੇ ਗਿਵ ਟੂ ਦੀਆਂ ਲੈਸ ਵੇਜਿਸ ਟੂ ਟੇਕਿੰਗ ਮੋਰ ਵਰਕ ਫਰੋਮ ਟੂ ਦੀਆਂ ਲੇਬਰਸ and the government passed the factory act to improve the condition of the laborers and many new cities comes to the begins to the industry development and these cities are to be a center of to the modern life culture। ਕਹਿੰਦੇ ਵੀ ਜਿਹੜਾ ਇਹ ਇੰਡਸਟਰੀਆਂ ਸੀਗੀਆਂ ਇਹ ਕੀ ਸੀ, ਜਿਹੜੇ ਉਹਨਾਂ ਕੋਲ ਲੇਬਰ ਕੰਮ ਕਰਦੀ ਸੀ ਉਹਨਾਂ ਨੂੰ ਕੀ ਹੈ ਐਕਸਪਲੋਇਟ, ਸ਼ੋਸ਼ਣ ਕਰਦੀ ਹੁੰਦੀ ਸੀ, ਉਹਨਾਂ ਨੂੰ ਘੱਟ ਪੈਸੇ ਦੇ ਕੇ ਵੱਧ ਕੰਮ ਕਰਾਉਂਦੀ ਸੀ। ਤਾਂ ਗੌਰਮੈਂਟ ਨੇ ਕਈ ਤਰ੍ਹਾਂ ਦੇ ਜਿਹੜੇ ਐਕਟ ਸੀਗੇ ਉਹ ਬਣਾਏ ਤਾਂ ਜੋ ਕੀ ਆ ਲੇਬਰ ਦੀ ਕੰਡੀਸ਼ਨ ਨੂੰ ਵਧੀਆ ਬਣਾਇਆ ਜਾ ਸਕੇ। ਫਿਰ ਉਹਨਾਂ ਨੇ ਇੱਕ ਇੰਡਸਟਰੀਅਲ ਡਿਵੈਲਪਮੈਂਟ ਦੀਆਂ ਨਈ ਸਿਟੀਜ਼ ਬਣਾਈਆਂ ਅਤੇ ਇਹਨਾਂ ਸਿਟੀ ਦੇ ਵਿੱਚ ਜਿਹੜੀਆਂ ਮਾਡਰਨ ਲਾਈਫ ਅਤੇ ਕਲਚਰ ਦੇ ਬੇਸ ਦੇ ਉੱਤੇ ਇਹ ਸਾਰੀਆਂ ਇੰਡਸਟਰੀਆਂ ਬਣੀਆਂ ਹੋਈਆਂ ਸੀ।
9th question ਆ ਰਾਈਟ ਦੀ ਨੋਟ ਆਫ ਇੰਡੀਗੋ ਇੰਡਸਟਰੀ। ਇੰਡੀਗੋ ਇੰਡਸਟਰੀ ਦੇ ਉੱਤੇ ਤੁਸੀਂ ਆਪਣਾ ਨੋਟ ਲਿਖਣਾ। ਇੰਡੀਗੋ ਵਾਸ ਟੂ ਦੀ ਰਿਕਵਾਇਰਡ ਬਾਈ ਦੀ ਬ੍ਰਿਟਿਸ਼ ਆਫ ਦੀ ਟੈਕਸਟਾਈਲ ਇੰਡਸਟਰੀ ਇਨ ਲੰਡਨ ਇਨ England. That is why that encouraged to the cultivation of the indigo in India. It is started in Bihar and Bengal. Later part of to the 18th century, the Europeans established the margin gardens in the indigo, where the Indian was to employed. 35 lakh hectare land was there in 1825 under the cultivation of indigo. ਇੰਡੀਗੋ ਜਿਹੜੀ ਸੀਗੀ ਉਹ ਕਾਫੀ ਜ਼ਿਆਦਾ ਜ਼ਰੂਰਤ ਸੀਗੀ ਜਿਹੜੇ ਬ੍ਰਿਟਿਸ਼ ਲੋਕ ਸੀਗੇ ਆਪਣੀ ਉਹਨਾਂ ਦੀ ਟੈਕਸਟਾਈਲ ਇੰਡਸਟਰੀ ਲਈ ਜਿਹੜੀ ਇੰਗਲੈਂਡ ਦੇ ਵਿੱਚ ਸੀ, ਤਾਂ ਕਰਕੇ ਉਹਨਾਂ ਨੇ ਇਨਕਰੇਜ ਕੀਤਾ ਇੰਡੀਗੋ ਦੀ ਖੇਤੀ ਨੂੰ। ਉਹਨਾਂ ਨੇ ਕੀ ਕੀਤਾ, ਬਿਹਾਰ ਤੇ ਬੰਗਾਲ ਦੇ ਵਿੱਚ ਜ਼ਿਆਦਾਤਰ ਪਾਰਟ ਜਿਹੜਾ 18ਵੀਂ ਸੈਂਚੁਰੀ ਦਾ ਸੀਗਾ ਉਹਨਾਂ ਨੇ ਆਪਣੇ ਅੰਡਰ ਲੈ ਲਿਆ। ਯੂਰਪ ਨੇ ਇੱਥੇ ਵੱਡਾ ਸਾਰਾ ਇੱਕ ਗਾਰਡਨ ਬਣਾਇਆ ਜਿਹੜਾ ਕਿ ਇੰਡੀਆ ਦੇ ਵਿੱਚ 35 ਲੱਖ ਲੋਕ ਜਿਹੜੇ ਹੈਕਟੇਅਰ ਦੇ ਅੰਡਰ ਆਉਂਦੇ ਸੀਗੇ ਉਹਨਾਂ ਨੂੰ ਕੀ ਆ 1825 ਦੇ ਅੰਡਰ ਜਿਹੜਾ ਸੀ ਉਹ ਸਾਰੀ ਲੈਂਡ ਆਪਣੇ ਅੰਡਰ ਲਈ। ਬਟ ਦਿਸ ਕਲਟੀਵੇਸ਼ਨ ਆਫ ਦੀ ਇੰਡੀਗੋ ਸਟਾਰਟਡ ਟੂ ਦੀ ਡਿਕਲਾਈਨ ਇਨ 1879 AD and the manufacturing of the artificial indigo started decline in 1897 and when the manufacturing of the artificial indigo started and also to be a result of the 3-4 lakh hectare remains under to the cultivation in 1915 1869 ਈਸਵੀ ਦੇ ਵਿੱਚ ਸੀਗਾ ਵੀ ਜਿਹੜੀ ਇੰਡੀਗੋ ਇੰਡਸਟਰੀ ਸੀਗਾ ਉਹਦਾ ਏਰੀਆ ਘਟਣਾ ਸ਼ੁਰੂ ਹੋ ਗਿਆ ਤੇ ਹੁਣ ਇੱਥੇ ਆਰਟੀਫਿਸ਼ੀਅਲ ਜਿਹੜੀ ਇੰਡੀਗੋ ਸੀ ਉਹ ਸਟਾਰਟ ਹੋਣ ਲੱਗੀ। ਇਸ ਦੇ ਕਰਕੇ ਜਿਹੜਾ 3 ਤੋਂ 4 ਲੱਖ ਹੈਕਟੇਅਰ ਜਿਹੜਾ ਅੰਡਰ ਸੀਗਾ ਉਹ ਇੰਡੀਗੋ ਦੇ ਵਿੱਚ ਆਇਆ। ਹੁਣ ਉਹ ਘਟ ਗਿਆ ਸੀਗਾ ਜਿਹੜਾ ਕਿ 1915 ਦੇ ਵਿੱਚ ਅਸੀਂ ਉਹਦਾ ਸਰਵੇ ਕੀਤਾ। ਲਾਸਟ ਕੁਐਸਚਨ ਆਫ ਦਿਸ ਸੈਸ਼ਨ ਐਂਡ ਇਜ਼ ਦੀ ਰਾਈਟ ਡਾਊਨ ਟੂ ਦੀ ਨੋਟ ਆਫ ਦੀ ਕੋਲ ਮਾਈਨਸ ਵੀ ਜਿਹੜੀਆਂ ਕੋਲ ਮਾਈਨਸ ਸੀਗੀਆਂ ਉਹਦੇ ਬਾਰੇ ਤੁਸੀਂ ਦੱਸਣਾ ਵਾ। ਆਲ ਦੀਆਂ ਨਿਊ ਇੰਡਸਟਰੀ established in the British in India were run by the coal. The coal was also to the required to run the railway. That is why the specially cares was given to take up to the coals from mines. In 1854 AD only the 2 coal mines were there in the Raniganj district of the Bengal, and but this number will be increased to the 1880 to 123 in 1855 AD ਦੇ ਵਿੱਚ ਵੀ ਜਿਹੜੇ ਕੋਲ ਇੰਡਸਟਰੀ ਸੀ ਉਹ ਬਹੁਤ ਜ਼ਿਆਦਾ ਜ਼ਰੂਰੀ ਸੀ ਕਿ ਹੁਣ ਬ੍ਰਿਟਿਸ਼ ਦੇ ਵਿੱਚ ਇੰਡੀਆ ਦੇ ਵਿੱਚ ਬਣਾਉਣਾ। ਕਿਉਂਕਿ ਜਿਹੜਾ ਕੋਲਾ ਸੀਗਾ ਉਹ ਚਾਹੀਦਾ ਸੀਗਾ ਰੇਲਵੇ ਨੂੰ ਚਲਾਉਣ ਦੇ ਲਈ, ਕਿਉਂਕਿ ਭਾਫ ਇੰਜਨ ਚੱਲਦੇ ਸੀ, ਤਾਂ ਕਰਕੇ ਉਹਨਾਂ ਨੇ ਜਿਹੜੀਆਂ ਕੋਲ ਇੰਡਸਟਰੀਆਂ ਸੀਗੀਆਂ ਉਹ ਬਣਾਈਆਂ। 1854 ਦੇ ਵਿੱਚ 2 ਕੋਲ ਮਾਈਨ ਇੰਡਸਟਰੀਆਂ ਬਣਾਈਆਂ ਗਈਆਂ ਰਾਨੀਗੰਜ ਡਿਸਟ੍ਰਿਕਟ ਦੇ ਵਿੱਚ ਜਿਹੜਾ ਕਿ ਬੰਗਾਲ ਦੇ ਵਿੱਚ ਸੀਗਾ। ਹੁਣ ਇਹਦੀ ਇਨਕਰੀਜ਼ ਹੋ ਕੇ 56 ਸੀਗੀ 1880 ਦੇ ਵਿੱਚ ਤੇ 123 ਹੋ ਗਈ 1885 AD ਦੇ ਵਿੱਚ। ਇਹ ਸੀਗਾ ਚੈਪਟਰ ਤੇ ਇਹਦੇ ਕੁਐਸਚਨ ਆਨਸਰ ਜਿਹੜੇ ਕਿ ਬੋਰਡ ਦੇ ਵਿੱਚ ਰਿਕੁਆਇਰਡ ਹੁੰਦੇ ਆ, ਤਾਂ ਤੁਸੀਂ ਇਹ ਤੋਂ ਦੇਖ ਕੇ ਵੀ ਕਰ ਸਕਦੇ ਹੋ ਤੇ ਪੂਰੀ ਟਰਾਂਸਲੇਸ਼ਨ ਇਹਦੀ ਸੁਣਨੀ ਆ। ਤੇ ਥੈਂਕਸ ਅਲੋਟ ਟੂ ਮਾਈ ਆਲ ਸਬਸਕ੍ਰਾਈਬਰ ਵਿਚ ਹੈਜ਼ ਬੀਨ ਹੈਲਪਿੰਗ ਟੂ ਮੀ ਅਚੀਵ देयर 1000 subscriber. So thanks to all my friends and as well as my students which has been supporting to me to achieve the 1000 subscriber. Thanks a lot. And I will also be recommended you which students has cannot be subscribe my channel, so please subscribe my channel. Just do it for a bright future and press bell icon for the latest updation. Thanks a lot watching for my session.